ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੀਪੀ ਕੰਬੋਜ ਤੇ ਤੁਸੀਂ ਦੇਖ ਰਹੇ ਹੋ ਸੀ-ਟੈਕ ਪੰਜਾਬੀ। ਦੋਸਤੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਅੱਖਰ ਨਾਂ ਦਾ ਸੌਫਟਵੇਅਰ ਬਹੁਤ ਜ਼ਿਆਦਾ ਹਰਮਨ ਪਿਆਰਾ ਹੋਇਆ ਹੈ। ਪੂਰੀ ਦੁਨੀਆ ਦੇ ਵਿੱਚ ਪੰਜਾਬੀ ਇਸ ਦੀ ਵਰਤੋਂ ਕਰਦੇ ਨੇ, ਪਰ ਇਸ ਦੇ ਅਲੱਗ-ਅਲੱਗ ਸੰਸਕਰਨ ਜਿਹੜੇ ਨੇ ਉਹ ਆ ਚੁੱਕੇ ਨੇ। ਇੱਕ ਨਵਾਂ ਸੰਸਕਰਨ ਜਿਹਨੂੰ ਅੱਖਰ 2021 ਦਾ ਨਾਮ ਦਿੱਤਾ ਗਿਆ ਹੈ, ਪਿਛਲੇ ਦਿਨੀ ਇਹ ਲਾਂਚ ਕੀਤਾ ਗਿਆ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਇਸ ਨਵੇਂ ਸੰਸਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਖੂਬੀਆਂ ਨੇ, ਕਿਹੜੀਆਂ ਵਿਸ਼ੇਸ਼ਤਾਵਾਂ ਨੇ। ਸਵਾਗਤ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਖਰ 2021 ਦੀ ਵੀਡੀਓ, ਯਾਨੀ ਕਿ ਅੱਖਰ 2021 ਜਿਹੜਾ ਕਿ ਨਵਾਂ ਵਰਜ਼ਨ ਲਾਂਚ ਹੋਇਆ, ਜਿਸ ਨੂੰ ਅਸੀਂ ਅੱਖਰ ਲਾਈਟ ਦਾ ਨਾਮ ਵੀ ਦਿੱਤਾ ਗਿਆ। ਇਸ ਅੱਖਰ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਨੇ, ਇੱਕ ਵਿਸ਼ੇਸ਼ਤਾ ਦੇ ਬਾਰੇ ਅਸੀਂ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਪਹਿਲਾਂ ਅਸੀਂ ਇਸ ਬਾਰੇ ਸੰਖੇਪ ਦੇ ਵਿੱਚ ਜਾਣ ਲਈਏ ਕਿ ਅੱਖਰ ਕੀ ਹੈ। ਦੋਸਤੋ, ਅੱਖਰ ਇੱਕ ਸੌਫਟਵੇਅਰ ਹੈ, ਪੰਜਾਬੀ ਦਾ ਵਰਡ ਪ੍ਰੋਸੈਸਰ ਹੈ। 2010, 2016 ਤੇ ਹੁਣ 2021 ਇਹ ਵਰਜ਼ਨ ਤਿੰਨੋਂ ਹੀ ਬੜੇ ਹੀ ਮਕਬੂਲ ਹੋਏ ਨੇ। ਤੇ ਇਹਨਾਂ ਸੌਫਟਵੇਅਰਾਂ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਮਾਈਕਰੋਸਾਫਟ ਵਰਡ ਵਰਗਾ ਕੋਈ ਪੰਜਾਬੀ ਦਾ ਵਰਡ ਪ੍ਰੋਸੈਸਰ ਬਣਾਇਆ ਜਾਵੇ, ਜਿਹਦੇ ਵਿੱਚ ਸਪੈਲ ਚੈੱਕਰ ਤੋਂ ਇਲਾਵਾ ਪੰਜਾਬੀ ਨਾਲ ਸੰਬੰਧਿਤ ਤਮਾਮ ਜਿਹੜੀਆਂ ਨੇ ਉਹ ਸੁਵਿਧਾਵਾਂ ਉਪਲਬਧ ਹੋਣ। ਬੇਸ਼ੁਮਾਰ ਸੁਵਿਧਾਵਾਂ 2016 ਦੇ ਵਿੱਚ ਸੀਗੀਆਂ, ਪਰ 2016 ਕਾਫੀ ਹੈਵੀ ਸੀ। ਬਹੁਤ ਸਾਰੇ ਐਸੇ ਕੰਪਿਊਟਰ ਨੇ ਜਿਨ੍ਹਾਂ ਦੀ ਕੌਨਫੀਗਰੇਸ਼ਨ ਯਾਨੀ ਕਿ ਉਹਨਾਂ ਦੀ ਸ਼ਕਤੀ ਘੱਟ ਹੁੰਦੀ ਸੀ, ਤੇ ਉਸ ਕਰਕੇ ਉਹਨਾਂ ਦੇ ਉੱਤੇ ਇਹ ਚੰਗੀ ਤਰ੍ਹਾਂ ਨਹੀਂ ਚੱਲਦਾ ਸੀ। ਇਸ ਨੂੰ ਲਾਈਟ ਕੀਤਾ ਗਿਆ ਤੇ ਹੋਰ ਚੁਸਤ ਦਰੁਸਤ ਬਣਾਇਆ ਗਿਆ। ਸੋ ਫਿਲਹਾਲ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ ਕੰਪਿਊਟਰ ਦੀ ਸਕਰੀਨ ਤੇ, ਜਿੱਥੇ ਚੱਲ ਰਿਹਾ ਅੱਖਰ 2021, ਤੇ ਫਿਰ ਅਸੀਂ ਇੱਕ ਵਿਸ਼ੇਸ਼ਤਾ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਦੋਸਤੋ, 2021 ਦੀ ਸਕਰੀਨ ਤੁਹਾਡੇ ਸਾਹਮਣੇ ਹੈ। 2021 ਦੇ ਵਿੱਚ ਜਿਵੇਂ ਕਿ 16 ਦੇ ਵਿੱਚ ਅਸੀਂ ਕੰਮ ਕਰਦੇ ਸੀ ਕਿ ਪੰਜਾਬੀ ਭਾਸ਼ਾ ਦਾ ਕੋਈ ਵੀ ਟੂਲ ਯੂਜ਼ ਕਰਨਾ ਹੈ, ਵਰਤਣਾ ਹੈ, ਤੇ ਤੁਹਾਨੂੰ ਲੈਂਗੁਏਜ ਟੂਲ ਦੇ ਵਿੱਚ ਜਾਣਾ ਪਵੇਗਾ। ਲੈਂਗੁਏਜ ਟੂਲ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਸੁਵਿਧਾਵਾਂ ਨੇ। ਪਹਿਲੀ ਸੁਵਿਧਾ ਜਿਹੜੀ 2021 ਦੇ ਵਿੱਚ ਪਾਈ ਗਈ ਹੈ ਉਹ ਬਿਲਕੁਲ ਉਹੀ ਰੱਖੀ ਗਈ ਹੈ ਜੋ 2016 ਦੇ ਵਿੱਚ ਸੀਗੀ, ਯਾਨੀ ਕਿ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਵੀ ਭਾਸ਼ਾ ਦੇ ਵਿੱਚ ਟਾਈਪ ਕਰ ਸਕਦੇ ਹੋ, ਔਰ ਟਾਈਪ ਕਰਨ ਦੇ ਲਈ ਤੁਹਾਡੇ ਕੋਲ ਅਲੱਗ-ਅਲੱਗ ਕੀਬੋਰਡ ਨੇ ਤੇ ਕੀਬੋਰਡਾਂ ਦੀ ਵਰਤੋਂ ਇੱਥੋਂ ਤੁਸੀਂ ਕਰ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਦੋਸਤੋ ਕਨਵਰਟ ਟੂ ਯੂਨੀਕੋਡ ਨਾਂ ਦੀ ਆਪਸ਼ਨ ਹੈ। ਇਸ ਆਪਸ਼ਨ ਦੇ ਰਾਹੀਂ ਪੁਰਾਣੇ ਫੌਂਟਾਂ ਨੂੰ ਅਸੀਂ ਯੂਨੀਕੋਡ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਸਪੈਲ ਚੈੱਕਰ ਚਲਾ ਸਕਦੇ ਹਾਂ। ਸਕ੍ਰਿਪਟ ਗ੍ਰਾਮਰ ਇੱਕ ਨਵਾਂ ਫੀਚਰ 2021 ਦੇ ਵਿੱਚ ਪਾਇਆ ਗਿਆ ਹੈ। ਇਹ ਜਿਹੜਾ ਫੀਚਰ ਹੈ, ਇਸ ਦਾ ਕੀ ਮਕਸਦ ਹੈ ਅੱਗੇ ਜਾ ਕੇ ਆਪਾਂ ਦੇਖਦੇ ਹਾਂ। ਫਿਰ ਟਰਾਂਸਲਿਟਰੇਸ਼ਨ ਹੈ, ਯਾਨੀ ਕਿ ਲਿਪੀ ਅੰਤਰਣ ਹੈ। ਅੱਗੇ ਸ਼ਬਦਾਂ ਦੇ ਵਿੱਚ ਕਨਵਰਟ ਕਰਨ ਵਾਲੀ ਸੁਵਿਧਾ ਹੈ, ਅੰਕਾਂ ਨੂੰ ਸ਼ਬਦਾਂ ਦੇ ਵਿੱਚ। ਇਹ ਇੱਕ ਟੂਲ ਜਿਹੜਾ ਲਿੰਗੁਇਸਟਿਕ ਰਿਸੋਰਸਿਸ ਜਿਹੜਾ ਹੈ ਆਪਸ਼ਨ, ਇਹ ਨਵੀਂ ਪਾਈ ਗਈ ਹੈ। ਪਹਿਲਾਂ ਵਾਲੇ 2016 ਦੇ ਵਿੱਚ ਸਿਰਫ ਇੰਗਲਿਸ਼ ਡਿਕਸ਼ਨਰੀ ਤੇ ਗੁਰਮੁਖੀ ਡਿਕਸ਼ਨਰੀ ਸੀ। ਬਾਕੀ ਸੁਵਿਧਾਵਾਂ ਨਵੀਆਂ ਪਾਈਆਂ ਗਈਆਂ ਨੇ, ਯਾਨੀ ਕਿ ਥਿਸੌਰਸ, ਪ੍ਰੀਫਿਕਸ ਤੇ ਸੁਫਿਕਸ ਦੇਖਣ ਦੀ ਸੁਵਿਧਾ ਹੈ ਇਹਦੇ ਵਿੱਚ ਉਪਲਬਧ ਹੈ। ਔਨ ਸਕਰੀਨ ਕੀਬੋਰਡ, ਕਰੈਕਟਰ ਮੈਪ ਤੇ ਸੈਟਿੰਗਸ ਵਾਲੀਆਂ ਆਪਸ਼ਨ ਸੇਮ ਨੇ, ਯਾਨੀ ਕਿ 2016 ਵਾਲੀਆਂ ਨੇ। ਲਓ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਅੱਖਰ 2021 ਦੀ ਇੱਕ ਵਿਸ਼ੇਸ਼ਤਾ ਨੂੰ ਵਿਸਥਾਰ ਦੇ ਨਾਲ। ਸੋ ਇਹ ਹੈ ਮੇਰੇ ਕੋਲ ਇੱਕ ਮਾਈਕਰੋਸਾਫਟ ਵਰਡ ਦੀ ਫਾਈਲ, ਜਿਹਦੇ ਵਿੱਚ ਅਨਮੋਲ ਲਿਪੀ ਦੇ ਵਿੱਚ ਟਾਈਪ ਕੀਤਾ ਹੋਇਆ, ਔਰ ਜਾਣਬੁੱਝ ਕੇ ਕੁਝ ਗਲਤੀਆਂ ਵੀ ਇਹਦੇ ਵਿੱਚ ਕੀਤੀਆਂ ਹੋਈਆਂ ਨੇ। ਮੈਂ ਇਸ ਫਾਈਲ ਨੂੰ MS ਵਰਡ ਦੀ ਫਾਈਲ ਨੂੰ ਇੱਥੋਂ ਕਾਪੀ ਕਰਦਾ ਔਰ ਅੱਖਰ 2021 ਦੇ ਵਿੱਚ ਜਾ ਕੇ ਮੈਂ ਇਸ ਨੂੰ ਪੇਸਟ ਕਰ ਦਿੰਦਾ। ਸੋ ਇਸ ਨੂੰ ਸਭ ਤੋਂ ਪਹਿਲਾਂ ਅਸੀਂ ਲੈਂਗੁਏਜ ਟੂਲ ਦੇ ਵਿੱਚ ਜਾ ਕੇ ਕਨਵਰਟ ਟੂ ਯੂਨੀਕੋਡ ਦੇ ਉੱਤੇ ਕਲਿੱਕ ਕਰਕੇ, ਫਿਰ ਕਨਵਰਟ ਦੇ ਉੱਤੇ ਕਲਿੱਕ ਕਰਕੇ ਪਹਿਲਾਂ ਅਸੀਂ ਯੂਨੀਕੋਡ ਦੇ ਵਿੱਚ ਬਦਲਾਂਗੇ। ਸੋ ਤੁਸੀਂ ਦੇਖ ਲਿਆ ਕਿ ਜਿਹੜੀਆਂ ਰੈੱਡ ਲਾਈਨਸ ਨੇ ਉਹ ਬਹੁਤ ਘਟ ਗਈਆਂ ਨੇ। ਹੁਣ ਸਿਰਫ ਕੁਝ ਕੁ ਸ਼ਬਦਾਂ ਦੇ ਜਿਹੜੇ ਅੱਖਰ ਜੋੜ ਨੇ ਉਹ ਗਲਤ ਨੇ, ਔਰ ਹੁਣ ਜਿਹੜੀ ਸਭ ਤੋਂ ਪਹਿਲੀ ਖੂਬੀ ਹੈ ਅੱਖਰ ਦੀ ਉਹ ਇਹੀ ਹੈ ਕਿ ਤੁਸੀਂ ਗਲਤ ਸ਼ਬਦ ਜੋੜਾਂ ਨੂੰ ਠੀਕ ਕਰ ਸਕਦੇ ਹੋ, ਬਿਲਕੁਲ ਮਾਈਕਰੋਸਾਫਟ ਵਰਡ ਦੀ ਤਰ੍ਹਾਂ। ਜਿਵੇਂ ਕਿ ਵਰਡ ਦੇ ਵਿੱਚ
ਅੰਗਰੇਜ਼ੀ ਦੇ ਗਲਤ ਸਪੈਲਿੰਗ ਦੇ ਥੱਲੇ ਉਹ ਰੈੱਡ ਲਾਈਨ ਮਾਰ ਦਿੰਦਾ ਹੈ। ਉਹੀ ਕੁਛ ਇੱਥੇ ਕੀਤਾ ਗਿਆ ਹੈ। ਜਿਵੇਂ ਕੰਪਿਊਟਰ ਸ਼ਬਦ ਹੈ, ਇਹਦੇ ਉੱਤੇ ਤੁਸੀਂ ਰਾਈਟ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ ਹੈ ਕੰਪਿਊਟਰ ਦੇ ਸਹੀ ਸਪੈਲਿੰਗ ਜਿਹੜੇ ਨੇ ਉਹ ਮਿਲ ਜਾਣਗੇ। ਤੁਸੀਂ ਇੱਥੋਂ ਚੂਜ਼ ਕਰੋਗੇ ਤਾਂ ਕੰਪਿਊਟਰ ਦੇ ਸਪੈਲਿੰਗ ਸਹੀ ਹੋ ਜਾਣਗੇ। ਫਿਲਹਾਲ ਮੈਂ ਵਾਪਸ ਕੰਟਰੋਲ Z ਦੇ ਰਾਹੀਂ ਤੁਹਾਨੂੰ ਗਲਤੀ ਵਾਲਾ ਸ਼ਬਦ ਦਿਖਾਉਣਾ। ਸੋ ਸਭ ਤੋਂ ਪਹਿਲੀ ਸੁਵਿਧਾ ਸਾਡੇ ਕੋਲ ਹੈ ਕੀਬੋਰਡ ਬਦਲਣ ਦੀ, ਯਾਨੀ ਕਿ ਤੁਸੀਂ ਨਵਾਂ ਕੁਝ ਟਾਈਪ ਕਰਨਾ ਚਾਹੁੰਦੇ ਹੋ ਤੇ ਗੁਰਮੁਖੀ ਦੇ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਤੇ ਕੀਬੋਰਡ ਅਨਮੋਲ ਲਿਪੀ ਦੀ ਥਾਂ ਤੇ ਅਸੀਸ ਜਾਂ ਰੋਮਨਾਈਜ਼ਡ ਵਰਤਣਾ ਚਾਹੁੰਦੇ ਹੋ ਤਾਂ ਵਰਤ ਸਕਦੇ ਹੋ। ਪਰ ਯਾਦ ਰੱਖਣਾ ਹੈ ਕਿ ਹਮੇਸ਼ਾ ਟਾਈਪ ਸਿੱਖਣ ਦੇ ਲਈ ਇਨਸਕ੍ਰਿਪਟ ਕੀਬੋਰਡ ਜਿਹੜਾ ਕਿ ਇਸ ਦੇ ਵਿੱਚ ਵੀ ਸ਼ੁਮਾਰ ਹੈ ਔਰ ਇਹ ਇੱਕ ਸਟੈਂਡਰਡ ਮਿਆਰੀ ਕੀਬੋਰਡ ਹੈ, ਕਿਉਂਕਿ ਪੰਜਾਬ ਸਰਕਾਰ ਨੇ, ਕੇਂਦਰ ਸਰਕਾਰ ਨੇ ਮਾਨਕੀਕਰਨ ਕਰ ਦਿੱਤਾ ਹੈ। ਸੋ ਫਿਰ ਵੀ ਜਿਹੜੇ ਪੁਰਾਣੇ ਵਰਤੋਂਕਾਰ ਨੇ ਸ਼ਾਇਦ ਉਹਨਾਂ ਦੀ ਲੋੜ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਖਰ ਦੇ ਵਿੱਚ ਬਾਕੀ ਦੇ ਕੀਬੋਰਡ ਵੀ ਦਿੱਤੇ ਗਏ ਨੇ। ਸੋ ਮੈਂ ਕੋਈ ਵੀ ਕੀਬੋਰਡ ਇੱਥੋਂ ਜਦੋਂ ਚੂਜ਼ ਕਰ ਲੈਣਾ ਤੇ ਉਸ ਤੋਂ ਬਾਅਦ ਜਿਵੇਂ ਵੀ ਮੈਂ ਇੱਥੇ ਟਾਈਪ ਕਰਾਂਗਾ ਤਾਂ ਮੇਰਾ ਕੀਬੋਰਡ ਜਿਹੜਾ ਹੈ ਜਾਂ ਟਾਈਪਿੰਗ ਸਟਾਈਲ ਹੈ ਉਹ ਉਹੀ ਚੱਲੇਗਾ ਜਿਹੜਾ ਮੈਂ ਇੱਥੋਂ ਸਿਲੈਕਟ ਕੀਤਾ ਤੇ ਆਊਟਪੁੱਟ ਹਮੇਸ਼ਾ ਰਾਵੀ ਦੇ ਵਿੱਚ ਨਜ਼ਰ ਆਏਗੀ। ਹੋਮ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਰਾਵੀ ਫਾਊਂਡ ਦੇ ਵਿੱਚ ਸਾਨੂੰ ਇਹ ਸਭ ਕੁਝ ਨਜ਼ਰ ਆ ਰਿਹਾ। ਸੋ ਟਾਈਪਿੰਗ ਪੈਡ ਤੋਂ ਬਾਅਦ ਸਾਡੇ ਕੋਲ ਦੂਜੀ ਆਪਸ਼ਨ ਜਿਹਨੂੰ ਅਸੀਂ ਕਨਵਰਟ ਟੂ ਯੂਨੀਕੋਡ ਯਾਨੀ ਕਿ ਫੌਂਟ ਕਨਵਰਟਰ ਹੈ, ਜਿਹਦੀ ਵਰਤੋਂ ਨਾਲ ਅਸੀਂ ਆਹੀ ਜਿਹੜਾ ਪੂਰੇ ਦਾ ਪੂਰਾ ਫਾਈਲ ਸੀਗੀ ਅਨਮੋਲ ਲਿਪੀ ਸੀ, ਇਹਨੂੰ ਅਸੀਂ ਯੂਨੀਕੋਡ ਦੇ ਵਿੱਚ ਕਨਵਰਟ ਕਰ ਚੁੱਕੇ ਹਾਂ। ਅੱਗੇ ਸਾਡੇ ਕੋਲ ਸਪੈਲ ਚੈੱਕਰ। ਇਸ ਪੂਰੇ ਦੇ ਪੂਰੇ ਮਜ਼ਮੂਨ ਦੇ ਵਿੱਚ ਜਿੱਥੇ ਵੀ ਸ਼ਬਦ ਜੋੜਾਂ ਦੀ ਗਲਤੀਆਂ ਹੋਣਗੀਆਂ ਉੱਥੇ ਸਪੈਲ ਚੈੱਕਰ ਇਹਨੂੰ ਆਪਣੇ ਆਪ ਠੀਕ ਕਰੇਗਾ। ਸਪੈਲ ਚੈੱਕ ਦੀ ਜਿਹੜੀ ਸੁਵਿਧਾ ਹੈ ਕਈ ਤਰੀਕਿਆਂ ਦੇ ਨਾਲ ਤੁਸੀਂ ਮਾਣ ਸਕਦੇ ਹੋ। ਪਹਿਲਾਂ ਤਾਂ ਸਪੈਲ ਚੈੱਕ ਕਰਨ ਦੇ ਲਈ ਸ਼ਬਦਾਂ ਦੇ ਥੱਲੇ ਜਿਹੜੀਆਂ ਰੈੱਡ ਲਾਈਨ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਰਾਈਟ ਕਲਿੱਕ ਕਰਕੇ ਉਹਨਾਂ ਨੂੰ ਠੀਕ ਕਰਦੇ ਜਾਓ, ਜਿਵੇਂ ਕਿ ਮਾਈਕਰੋਸਾਫਟ ਵਰਡ ਦੇ ਵਿੱਚ ਕਰਦੇ ਸੀ, ਜਾਂ ਫਿਰ ਸਪੈਲ ਚੈੱਕਰ ਦੇ ਉੱਤੇ ਕਲਿੱਕ ਕਰੋਗੇ ਇਸ ਬਟਨ ਦੇ ਉੱਤੇ ਤਾਂ ਤੁਹਾਡੇ ਕੋਲ ਇੱਕ ਖੁੱਲ੍ਹ ਜਾਏਗਾ ਡਾਇਲੌਗ ਬਾਕਸ। ਇੱਥੋਂ ਤੁਸੀਂ ਜਿਹੜੇ ਸਪੈਲਿੰਗ ਠੀਕ ਕਰਨੇ ਨੇ ਉਹ ਤੁਸੀਂ ਕਰ ਸਕਦੇ ਹੋ। ਫਾਰ ਐਗਜ਼ਾਮਪਲ ਨਹੀਂ ਦੇ ਉੱਤੇ ਬਿੰਦੀ ਦੀ ਥਾਂ 'ਤੇ ਟਿੱਪੀ ਪਾਈ ਹੋਈ ਹੈ ਤਾਂ ਇੱਥੇ ਤੁਸੀਂ ਚੇਂਜ ਦੇ ਉੱਤੇ ਕਲਿੱਕ ਕਰੋਗੇ ਤਾਂ ਚੇਂਜ ਹੋ ਜਾਏਗਾ। ਇਸ ਤਰ੍ਹਾਂ ਟ੍ਰਿਬਿਊਨ ਦੇ ਸਪੈਲਿੰਗ ਵੀ ਸਹੀ ਹੋ ਜਾਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਟ੍ਰਿਬਿਊਨ ਸ਼ਬਦ ਪੂਰੀ ਫਾਈਲ ਦੇ ਵਿੱਚ ਕਈ ਥਾਵਾਂ 'ਤੇ ਪਾਇਆ ਹੋਇਆ ਤਾਂ ਚੇਂਜ ਆਲ ਦੇ ਉੱਤੇ ਕਲਿੱਕ ਕਰ ਸਕਦੇ ਹੋ। ਜੇ ਲੱਗਦਾ ਹੈ ਕਿ ਇਹ ਸ਼ਬਦ ਸਹੀ ਹੈ ਪਰ ਗਲਤੀ ਦਿੱਤੀ ਜਾ ਰਹੀ ਹੈ ਤਾਂ ਉਹਨੂੰ ਇਗਨੋਰ ਕਰ ਸਕਦੇ ਹੋ, ਔਰ ਸਾਰਿਆਂ ਨੂੰ ਇਗਨੋਰ ਕਰਨ ਦੇ ਲਈ ਇਗਨੋਰ ਆਲ ਕਰ ਸਕਦੇ ਹੋ। ਕੋਈ ਨਵਾਂ ਸ਼ਬਦ ਜਿਹੜਾ ਅੱਖਰ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੈ ਉਹਨੂੰ ਤੁਸੀਂ ਐਡ ਟੂ ਡਿਕਸ਼ਨਰੀ ਕਰ ਸਕਦੇ ਹੋ। ਫਿਲਹਾਲ ਤੀਜੀ ਜਿਹੜੀ ਆਪਸ਼ਨ ਉਹ ਇਹ ਹੈ ਕਿ ਤੁਸੀਂ ਇੱਥੋਂ ਜਾ ਕੇ ਸਪੈਲ ਚੈੱਕਰ ਜੇ ਨਹੀਂ ਚਲਾਉਣਾ ਤਾਂ F7 ਦੀ ਵਰਤੋਂ ਕਰਕੇ ਵੀ ਸਪੈਲ ਚੈੱਕਰ ਨੂੰ ਚਲਾਇਆ ਜਾ ਸਕਦਾ ਹੈ। ਅਗਲੀ ਇਹਦੀ ਵਿਸ਼ੇਸ਼ਤਾ ਹੈ ਕਿ ਲਾਈਵ ਸਪੈਲ ਚੈੱਕਰ ਹੈ। ਤੁਸੀਂ ਜਦੋਂ ਟਾਈਪ ਕਰਦੇ ਹੋ ਟਾਈਪ ਕਰਦਿਆਂ ਹੀ ਸਪੇਸ ਦੱਬਣ ਉਪਰੰਤ ਹੀ ਆਪਣੇ ਆਪ ਜਿਹੜਾ ਸ਼ਬਦ ਹੈ ਉਹ ਠੀਕ ਹੋ ਜਾਏਗਾ। ਜਿਵੇਂ ਮੈਂ ਸ਼ਬਦ ਪਾਇਆ ਅਧਿਆਪਕ, ਸੋ ਮੈਨੂੰ ਪਤਾ ਹੈ ਕਿ ਅਧਿਆਪਕ ਦੇ ਵਿੱਚ ਧੱਦੇ ਨੂੰ ਸਿਆਰੀ ਪੈਂਦੀ ਹੈ ਪਰ ਮੈਂ ਗਲਤੀ ਨਾਲ ਬਿਹਾਰੀ ਪਾ ਬੈਠਾ। ਜਿਵੇਂ ਹੀ ਸਪੇਸ ਦੱਬਾਂਗਾ ਤਾਂ ਸਪੈਲਿੰਗ ਜਿਹੜੇ ਨੇ ਆਪਣੇ ਆਪ ਠੀਕ ਹੋ ਗਏ। ਮੈਂ ਅੱਗੇ ਪਾਣਾ ਪੰਜਾਬੀ, तो मैं इत्थे 2 वारी कन्ना पा बैठा। जिवें स्पेस दबांगा ये ठीक हो जाएगा। भाषा दा ध्यान, देखो जी, तो ये लाइव स्पैल चैकर की सुविधा ये शुमार है। फिलहाल मैं F7 करके जिन्नियां भी ये गलतियां रह गई ने उन्होंने मैं ठीक कर लेना। चेंज मैनू दे स्पैलिंग मैं सैकेंड नंबर वाले मैनू चाहिए ने तो मैं चेंज करके फिर प्राप्त शब्द दुरुस्त किया, दोबारा दुरुस्त किया। सो बाकी गलतियां नावां दियां ने क्योंकि हरेक नाम जिहड़ा है वो कंप्यूटर की डिक्शनरी च होना कोई लाजमी नहीं है। इन्हां नूं तुसीं इग्नोर करके अगे लंघ सकते हो। सो ये सीगी सुविधा साडे कोले स्पैल चैकर दी। ਇੱਥੇ ਤੁਸੀਂ ਦੇਖਿਆ ਸੀ ਕਿ ਨਹੀਂ ਦੇ ਉੱਤੇ ਗਲਤੀ ਨਾਲ ਬਿੰਦੀ ਦੀ ਥਾਂ ਤੇ ਟਿੱਪੀ ਪਾਈ ਹੋਈ ਸੀ। ਸੋ ਇਸੇ ਤਰ੍ਹਾਂ ਕਿਧਰੇ ਵੀ ਕੋਈ ਟਿੱਪੀ ਲੱਗਦੀ ਹੈ, ਜਿਵੇਂ ਕਿ ਮੰਗ ਸ਼ਬਦ ਦੇ ਵਿੱਚ ਟਿੱਪੀ ਲੱਗਦੀ ਸੀ ਪਰ ਇੱਥੇ ਮੈਂ ਜਾਣਬੁੱਝ ਕੇ ਬਿੰਦੀ ਲਗਾਤੀ।
ਜਾਣੀ ਕਿ ਪੰਜਾਬੀ ਭਾਸ਼ਾ ਦੇ ਜਿਹੜੇ ਨਿਯਮ ਨੇ ਲਗਾ ਮਾਤਰਾਵਾਂ ਦੇ, ਉਹਨਾਂ ਨਿਯਮਾਂ ਦੀ ਜੇ ਕਿਤੇ ਉਲੰਘਣਾ ਕੀਤੀ ਹੋਏਗੀ ਤਾਂ ਉਹਨਾਂ ਨੂੰ ਕਈ ਵਾਰੀ ਸਾਡਾ ਸਪੈਲ ਚੈੱਕਰ ਜਿਹੜਾ ਹੈ ਉਹ ਠੀਕ ਨਹੀਂ ਕਰਦਾ। ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਇੱਥੇ ਸੁਵਿਧਾ ਹੈ ਸਕ੍ਰਿਪਟ ਗ੍ਰਾਮਰ ਦੀ। ਸਕ੍ਰਿਪਟ ਗ੍ਰਾਮਰ ਦੇ ਰਾਹੀਂ ਤੁਸੀਂ ਹਮੇਸ਼ਾ ਮਿਆਰੀ ਜਿਹੜੇ ਨਿਯਮ ਨੇ ਉਹਨਾਂ ਨੂੰ ਤੁਸੀਂ ਲਾਗੂ ਕਰਵਾ ਸਕਦੇ ਹੋ। ਮੈਂ ਇੱਥੇ ਸਕ੍ਰਿਪਟ ਗ੍ਰਾਮਰ ਜਦੋਂ ਚਲਾਵਾਂਗਾ ਤਾਂ ਇਹ ਵਾਲੀਆਂ ਗਲਤੀਆਂ, ਜਿਵੇਂ 2 ਗਲਤੀਆਂ ਤੁਹਾਨੂੰ ਦਿਖਾਈਆਂ ਨੇ, ਇਹ ਮਿਸਾਲ ਦਿੱਤੀ ਹੈ, ਹੋਰ ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਨਿਯਮਾਂ ਦੀ ਉਲੰਘਣਾ ਕਰਕੇ ਅਸੀਂ ਕਰਦੇ ਹਾਂ। ਉਹਨਾਂ ਨੂੰ ਠੀਕ ਕਰਨਾ ਹੋਵੇ ਤਾਂ ਸਕ੍ਰਿਪਟ ਗ੍ਰਾਮਰ ਜਿਹੜਾ ਹੈ ਟੂਲ, ਉਹਦੀ ਵਰਤੋਂ ਕਰਨੀ ਹੈ। ਮੈਂ ਕਲਿੱਕ ਕੀਤਾ, ਆਪਣੇ ਆਪ ਆਟੋਮੈਟਿਕਲੀ ਸਕ੍ਰਿਪਟ ਗ੍ਰਾਮਰ ਚੱਲ ਗਿਆ। ਦੇਖੋ, ਮੰਗ ਦੇ ਉੱਤੇ ਬਿੰਦੀ ਸੀ, ਟਿੱਪੀ ਪੈ ਗਈ, ਨਹੀਂ ਦੇ ਉੱਤੇ ਟਿੱਪੀ ਸੀਗੀ ਤੇ ਹੁਣ ਬਿੰਦੀ ਪੈ ਗਈ ਹੈ। ਸੋ ਇਸ ਤਰੀਕੇ ਦੇ ਰਾਹੀਂ ਤੁਸੀਂ ਸਕ੍ਰਿਪਟ ਗ੍ਰਾਮਰ ਦਾ ਇਸਤੇਮਾਲ ਕਰ ਸਕਦੇ ਹੋ। ਅਗਲੀ ਵਿਸ਼ੇਸ਼ਤਾ ਜਿਹੜੀ ਹੈ ਉਹ ਟਰਾਂਸਲਿਟਰੇਸ਼ਨ ਦੀ ਹੈ। ਤੁਸੀਂ ਪੂਰੇ ਦੇ ਪੂਰੇ ਡਾਕੂਮੈਂਟ ਨੂੰ ਇਸ ਪੂਰੇ ਡਾਕੂਮੈਂਟ ਨੂੰ ਤੁਸੀਂ ਗੁਰਮੁਖੀ ਵਾਲੇ ਨੂੰ ਰੋਮਨ ਦੇ ਵਿੱਚ ਬਦਲ ਸਕਦੇ ਹੋ। ਰੋਮਨ ਦੇ ਵਿੱਚ ਵੀ 2 ਸਾਡੇ ਕੋਲ ਮੈਥਡ ਨੇ। ਡਾਇਕ੍ਰਿਟਿਕਸ ਯਾਨੀ ਕਿ ਸਿੰਬਲਸ ਦੀ ਵਰਤੋਂ ਕਰਨੀ ਚਾਹੁੰਦੇ ਹੋ ਤੇ ਨਹੀਂ ਕਰਨਾ ਚਾਹੁੰਦੇ ਤਾਂ ਸੈਕਿੰਡ ਆਪਸ਼ਨ ਤੁਸੀਂ ਲੈਣੀ ਹੈ। ਗੁਰਮੁਖੀ ਟੂ ਰੋਮਨ ਦੇ ਉੱਤੇ ਕਲਿੱਕ ਕੀਤਾ ਤਾਂ ਸਾਰੇ ਦਾ ਸਾਰਾ ਰੋਮਨ ਦੇ ਵਿੱਚ ਬਦਲ ਗਿਆ। ਦਰਅਸਲ ਕੰਪਿਊਟਰ ਨਾਲ ਮੇਰਾ ਦੂਰ ਦਾ ਨਾਤਾ ਵੀ ਨਹੀਂ ਸੀ। ਸੋ ਤੁਸੀਂ ਦੇਖ ਰਹੇ ਹੋ, ਮੈਂ ਦੁਬਾਰਾ ਫਿਰ ਜਿਹੜਾ ਹੈ ਉਹ ਗੁਰਮੁਖੀ ਵਾਲਾ ਮੈਟਰ ਲੈ ਕੇ ਆਉਣਾ ਤੇ ਟਰਾਂਸਲਿਟਰੇਸ਼ਨ ਹੁਣ ਮੈਂ ਗੁਰਮੁਖੀ ਨੂੰ ਸ਼ਾਹਮੁਖੀ 'ਚ ਕਰਕੇ ਦੇਖਦਾ। ਸੋ ਤੁਸੀਂ 7 ਸਮੁੰਦਰੋਂ ਪਾਰ, ਕੰਡਿਆਲੀ ਤਾਰ ਤੋਂ ਪਾਰ ਕੋਈ ਤੁਹਾਡਾ ਦੋਸਤ ਹੈ ਜਿਹਨੂੰ ਤੁਸੀਂ ਆਪਣਾ ਜਿਹੜਾ ਲਿਖਤ ਜਾਂ ਪੱਤਰ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਕੰਪਿਊਟਰ ਦੇ ਰਾਹੀਂ ਸ਼ਾਹਮੁਖੀ 'ਚ ਕਨਵਰਟ ਕਰਕੇ ਭੇਜ ਸਕਦੇ ਹੋ। ਸ਼ਾਹਮੁਖੀ ਦੇ ਉੱਤੇ ਕਲਿੱਕ ਕੀਤਾ ਤਾਂ ਸਾਰੇ ਦਾ ਸਾਰਾ ਮੈਟਰ ਜਿਹੜਾ ਹੈ ਸ਼ਾਹਮੁਖੀ ਦੇ ਵਿੱਚ ਬਦਲ ਚੁੱਕਿਆ। ਟੇਬਲ ਵੀ ਨਹੀਂ ਹਿੱਲਿਆ, ਟੇਬਲ ਵੀ ਸਾਰਾ ਉਸੇ ਹੀ ਸਕ੍ਰਿਪਟ ਦੇ ਵਿੱਚ, ਨਵੇਂ ਸਕ੍ਰਿਪਟ ਦੇ ਵਿੱਚ ਸਾਨੂੰ ਮਿਲ ਗਿਆ। ਸੋ ਮੈਂ ਦੁਬਾਰਾ ਫਿਰ ਪੰਜਾਬੀ ਵਾਲੇ ਉਸ ਮੈਟਰ ਨੂੰ ਤੁਹਾਡੇ ਸਾਹਮਣੇ ਦਿਖਾ ਰਿਹਾ। ਸੋ ਇਹ ਸੀਗੀ ਟਰਾਂਸਲਿਟਰੇਸ਼ਨ ਦੇ ਵਿੱਚ ਹੋਰ ਆਪਸ਼ਨਾਂ ਵੀ ਨੇ ਜਿਹੜੀਆਂ ਕਿ ਉਹਦੇ ਤੋਂ ਉਲਟ ਨੇ। ਅਸੀਂ ਰੋਮਨ ਦੇ ਵਿੱਚ ਕਨਵਰਟ ਕੀਤਾ ਸੀ, ਰੋਮਨ ਤੋਂ ਦੁਬਾਰਾ ਗੁਰਮੁਖੀ ਜਾਂ ਸ਼ਾਹਮੁਖੀ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ। ਸ਼ਾਹਮੁਖੀ ਤੋਂ ਗੁਰਮੁਖੀ ਜਾਂ ਰੋਮਨ ਦੇ ਵਿੱਚ ਵੀ ਜਾ ਸਕਦੇ ਹੋ। ਅਗਲੀ ਜਿਹੜੀ ਸੁਵਿਧਾ ਹੈ ਉਹ ਸਾਡੇ ਕੋਲ ਬੜੀ ਮਹੱਤਵਪੂਰਨ ਹੈ, ਖਾਸ ਤੌਰ ਤੇ ਟੀਚਰਸ ਦੇ ਲਈ ਬੜੀ ਹੀ ਲਾਹੇਵੰਦ ਹੈ। ਕਈ ਵਾਰ ਅਧਿਆਪਕ ਵਿਦਿਆਰਥੀਆਂ ਦਾ ਅੰਕਾਂ ਦਾ ਰਿਕਾਰਡ ਰੱਖਣਾ ਚਾਹੁੰਦੇ ਨੇ। ਉਹਦੇ 'ਚ ਕੀ ਹੈ ਕਿ ਜਿਹੜੇ ਮਾਰਕਸ ਪ੍ਰਾਪਤ ਕੀਤੇ ਨੇ ਵਿਦਿਆਰਥੀ ਨੇ ਉਹ ਅੰਕਾਂ ਦੇ ਵਿੱਚ ਲਿਖੇ ਹੁੰਦੇ ਨੇ ਤੇ ਲੋੜ ਇਹ ਪੈਂਦੀ ਹੈ ਕਿ ਇਹਨਾਂ ਨੂੰ ਸ਼ਬਦਾਂ ਵਿੱਚ ਵੀ ਲਿਖਿਆ ਜਾਵੇ, ਪਰ ਹੱਥ ਨਾਲ ਲਿਖਣਾ ਬੜਾ ਲੰਬਾ ਪੈਂਦਾ ਹੈ। ਕਈ ਵਾਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਦੋਸਤੋ, ਜਿਹੜੇ ਅੰਕ ਨੇ ਤੁਹਾਡੇ, ਜਿਹੜੇ ਕਿ ਮਾਰਕਸ ਨੇ, ਜਿਹੜੇ ਅੰਕਾਂ ਦੇ ਵਿੱਚ ਲਿਖੇ ਹੋਏ ਨੇ, ਉਹਨਾਂ ਨੂੰ ਜਾਂ ਤਾਂ ਤੁਸੀਂ ਇੱਥੋਂ ਕਾਪੀ ਕਰਕੇ ਇੱਥੇ ਜਾ ਕੇ ਸਾਰੇ ਪੇਸਟ ਕਰ ਸਕਦੇ ਹੋ ਜਾਂ ਦੁਬਾਰਾ ਜਿਹੜਾ ਹੈ ਮੈਂ ਇੱਥੇ ਟਾਈਪ ਕਰ ਲੈਂਦਾ। ਸੋ ਗਿਣਤੀ ਘੱਟ ਹੈ ਉਸ ਕਰਕੇ ਮੈਂ ਫਟਾਫਟ ਜਿਹੜਾ ਹੈ ਉਹ ਦੁਬਾਰਾ ਟਾਈਪ ਕਰ ਲੈਂਦਾ। ਸੋ ਕਰਨਾ ਕੀ ਹੈ ਕਿ ਜੇ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਬਦਲਣਾ ਹੈ ਤਾਂ ਤੁਸੀਂ ਸਿਰਫ ਇਹਨਾਂ ਨੂੰ ਚੁਣਨ ਤੋਂ ਬਾਅਦ ਲੈਂਗੁਏਜ ਟੂਲ ਦੇ ਵਿੱਚ ਤੁਹਾਡੇ ਕੋਲ ਇੱਥੇ ਆਪਸ਼ਨ ਹੈ ਨੰਬਰ 2 ਵਰਡਸ। ਇੱਥੇ ਕਲਿੱਕ ਕਰਕੇ ਤੁਸੀਂ ਹੁਣ ਚੂਜ਼ ਕਰਨੀ ਹੈ ਲੈਂਗੁਏਜ। ਗੁਰਮੁਖੀ ਦੇ ਵਿੱਚ ਤੁਸੀਂ ਸ਼ਬਦਾਂ 'ਚ ਲਿਖਣਾ ਚਾਹੁੰਦੇ ਹੋ ਕਿ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ। ਮੈਂ ਗੁਰਮੁਖੀ 'ਚ ਲਿਖਣਾ ਚਾਹੁੰਦਾ ਤਾਂ ਗੁਰਮੁਖੀ ਦੇ ਉੱਤੇ ਕਲਿੱਕ ਕਰਾਂਗਾ। ਸੋ ਸਾਰੇ ਦੇ ਸਾਰੇ ਜਿਹੜੇ ਸ਼ਬਦ ਨੇ ਬਣ ਗਏ ਨੇ, ਉਹ ਅੰਕਾਂ ਤੋਂ ਸ਼ਬਦ ਬਣ ਗਏ ਨੇ। ਜੇ ਤੁਸੀਂ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਲਿਖਣਾ ਚਾਹੋ ਤਾਂ ਅੰਗਰੇਜ਼ੀ ਵਿੱਚ ਵੀ ਲਿਖ ਸਕਦੇ ਹੋ। ਸੋ ਅਗਲੀ ਸਾਡੇ ਕੋਲ ਸਹੂਲਤ ਬੇਸ਼ੁਮਾਰ ਜਿਹੜੀ ਹੈ ਫਾਇਦੇਮੰਦ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਲਿੰਗੁਇਸਟਿਕਸ ਰਿਸੋਰਸਿਸ, ਜਿਹਦੇ ਵਿੱਚ ਇੰਗਲਿਸ਼ ਡਿਕਸ਼ਨਰੀ ਤੇ ਗੁਰਮੁਖੀ ਡਿਕਸ਼ਨਰੀ ਤਾਂ 2016 ਦੇ ਵਿੱਚ ਵੀ ਉਪਲਬਧ ਸੀਗੀਆਂ, ਪਰ ਜਿਹੜੇ ਥਿਸਾਰਸ, ਪ੍ਰੀਫਿਕਸ ਤੇ ਸੁਫਿਕਸ ਦੀ ਸੁਵਿਧਾ 2021 ਦੇ ਵਿੱਚ ਨਵੀਂ ਪਾਈ ਗਈ ਹੈ। ਸੋ ਇੰਗਲਿਸ਼ ਡਿਕਸ਼ਨਰੀ ਖੋਲ੍ਹਦੇ ਹਾਂ। ਇੰਗਲਿਸ਼ ਡਿਕਸ਼ਨਰੀ ਦਾ ਮਤਲਬ ਇਹ ਹੈ ਕਿ ਕੋਈ ਵੀ ਅੰਗਰੇਜ਼ੀ ਦਾ ਸ਼ਬਦ ਤੁਸੀਂ ਪਾਉਂਦੇ ਹੋ ਤਾਂ ਉਹਦਾ ਮੀਨਿੰਗ ਤੁਹਾਨੂੰ ਨਾਲੋਂ ਨਾਲ ਥੱਲੇ ਨਜ਼ਰ ਆਊਗਾ। ਡੂ ਐਜ਼ ਏ ਨਾਊਨ ਯੂਜ਼ ਕਰਦੇ ਹੋ ਤਾਂ ਉਹਦਾ ਮਤਲਬ ਜਿਹੜਾ ਅਰਥ ਹੈ ਉਹ ਤੁਹਾਨੂੰ ਹੇਠਾਂ ਦਿਸੇਗਾ। ਇਸੇ ਤਰ੍ਹਾਂ ਜੇ ਤੁਸੀਂ ਲਿੰਗੁਇਸਟਿਕ ਟੂਲ ਦੇ ਵਿੱਚ ਜਾ ਕੇ ਗੁਰਮੁਖੀ ਡਿਕਸ਼ਨਰੀ ਖੋਲ੍ਹਦੇ ਹੋ ਤਾਂ ਗੁਰਮੁਖੀ ਡਿਕਸ਼ਨਰੀ ਦੇ ਵਿੱਚ ਗੁਰਮੁਖੀ ਦਾ ਜਿਹੜਾ ਸ਼ਬਦ ਤੁਸੀਂ ਪਾਓਗੇ, ਟਾਈਪ ਕਰੋਗੇ, ਟਾਈਪ ਕਰਨ ਲੱਗਿਆਂ ਧਿਆਨ ਰੱਖਣਾ ਹੈ ਕਿ ਜਿਹੜਾ ਕੀਬੋਰਡ ਤੁਸੀਂ ਉੱਥੇ ਸਿਲੈਕਟ ਕੀਤਾ ਹੋਇਆ ਸੀ ਉਹੀ ਕੀਬੋਰਡ ਇੱਥੇ ਲਾਗੂ ਹੋਏਗਾ। ਸੋ ਸ਼ਬਦ ਮੈਂ ਰੱਬ ਪਾਇਆ ਤਾਂ ਉਹਦਾ
ਜਿਹੜਾ ਤਰਜਮਾ ਅੰਗਰੇਜ਼ੀ ਦੇ ਵਿੱਚ ਆ ਗਿਆ ਗॉड, ਲਾਰਡ, ਮਾਸਟਰ। ਸੋ ਇਸ ਤਰ੍ਹਾਂ ਤੁਸੀਂ ਕੋਈ ਵੀ ਪੰਜਾਬੀ ਦਾ ਸ਼ਬਦ ਅੰਗਰੇਜ਼ੀ ਦੇ ਵਿੱਚ ਉਹਦਾ ਮੀਨਿੰਗ ਦੇਖ ਸਕਦੇ ਹੋ। ਅੱਗੇ ਸਾਡੇ ਕੋਲ ਥਿਸਾਰਸ ਯਾਨੀ ਕਿ ਸਾਮਰਥੀ ਕੋਸ਼। ਤੁਸੀਂ ਕਿਸੇ ਵੀ ਸ਼ਬਦ ਦਾ ਕੋਈ ਹੋਰ ਉਸੇ ਅਰਥ ਵਾਲਾ ਸ਼ਬਦ ਲੈਣਾ ਚਾਹੁੰਦੇ ਹੋ ਤਾਂ ਉਹ ਲੈ ਸਕਦੇ ਹੋ। ਲਿਖਾਂਗਾ ਮੈਂ ਸ਼ਬਦ ਫੁੱਲ। ਫੁੱਲ ਦਾ ਥਿਸਾਰਸ ਯਾਨੀ ਕਿ ਸਾਮਰਥੀ ਸ਼ਬਦ ਮੈਂ ਦੇਖਣਾ ਚਾਹੁੰਦਾ। ਸਰਚ ਦੇ ਉੱਤੇ ਕਲਿੱਕ ਕੀਤਾ ਤਾਂ ਫੁੱਲ ਨੂੰ ਅਸੀਂ ਕੁਸਮ, ਪੁਸ਼ਪ ਅਤੇ ਫੁੱਲਦਾਰ ਬਨਸਪਤੀ, ਰਜਤ, ਰਿਤੂ ਦਾ ਨਾਮ ਵੀ ਦਿੰਦੇ ਹਾਂ, ਜੋ ਇਸ ਡਿਕਸ਼ਨਰੀ ਦੇ ਵਿੱਚ, ਇਸ ਥਿਸਾਰਸ ਦੇ ਵਿੱਚ ਦਿਖਾਇਆ ਗਿਆ। ਸੋ ਇਸ ਤਰ੍ਹਾਂ ਤੁਸੀਂ ਅੰਗਰੇਜ਼ੀ ਦਾ ਵੀ ਕੋਈ ਸ਼ਬਦ ਲੱਭ ਸਕਦੇ ਹੋ। ਸੋ ਇੱਥੇ ਮੈਂ ਸ਼ਬਦ ਗॉड ਲਿਖਾਂ ਤਾਂ ਗॉड ਦੇ ਦੇਖੋ ਇੰਨੇ ਜ਼ਿਆਦਾ ਸਾਡੇ ਕੋਲੇ ਮੀਨਿੰਗ ਜਿਹੜੇ ਨੇ ਉਹ ਆ ਰਹੇ ਨੇ, ਅਲੱਗ-ਅਲੱਗ ਥਿਸਾਰਸ ਆ ਰਹੇ ਨੇ, ਥਿਸਾਰਸ ਸ਼ਬਦ ਆ ਰਹੇ ਨੇ, ਯਾਨੀ ਕਿ ਸਮਅਰਥੀ ਕੋਸ਼ ਸਾਡੇ ਕੋਲੇ ਇਹ ਖੁੱਲ੍ਹ ਗਿਆ। ਸੋ ਅਗਲੀ ਆਪਸ਼ਨ ਵੱਲ ਵੱਧਦੇ ਹਾਂ। ਰਿਸੋਰਸਿਸ ਦੇ ਵਿੱਚ ਜਾ ਕੇ ਪ੍ਰੀਫਿਕਸ ਯਾਨੀ ਕਿ ਅਗੇਤਰ ਤੁਸੀਂ ਪੰਜਾਬੀ ਚੂਜ਼ ਕਰਨੀ ਹੈ। ਕੋਈ ਵੀ ਅਗੇਤਰ ਸ਼ਬਦ ਇੱਥੇ ਟਾਈਪ ਕਰਨਾ ਹੈ। ਉਹਨਾਂ ਸ਼ਬਦਾਂ ਨਾਲ ਸ਼ੁਰੂ ਹੋਣ ਵਾਲੇ ਅਲੱਗ-ਅਲੱਗ ਸ਼ਬਦ ਲੱਭਣਾ ਚਾਹੁੰਦੇ ਹੋ ਅਗੇਤਰ ਸ਼ਬਦ, ਤਾਂ ਤੁਸੀਂ ਸਰਚ ਦੇ ਉੱਤੇ ਕਲਿੱਕ ਕਰਨਾ। ਪੂਰੇ ਦਾ ਪੂਰਾ ਤੁਹਾਡੇ ਕੋਲ ਇੱਕ ਲਿਸਟ ਖੁੱਲ੍ਹ ਜਾਏਗੀ। ਪਰ ਨਾਲ ਸ਼ੁਰੂ ਹੋਣ ਵਾਲੇ ਬਹੁਤ ਸਾਰੇ ਸ਼ਬਦ ਨੇ, ਪਰਉਪਕਾਰ, ਵਾਦ, ਅਤੇ ਥੱਲੇ ਤੁਸੀਂ ਦੇਖਿਓ ਕਿ ਪਰਧਨ, ਪਰ ਸਾਲ, ਅਤੇ ਥੱਲੇ ਹੋਰ ਜਾ ਕੇ ਦੇਖੋਗੇ ਤਾਂ ਬਹੁਤ ਸਾਰੀ ਗਿਣਤੀ ਹੈ ਸ਼ਬਦਾਂ ਦੀ। ਸੋ ਇਹ ਸੀਗਾ ਸਾਡੇ ਕੋਲ ਪ੍ਰੀਫਿਕਸ ਦੀ ਵਰਤੋਂ ਕਿਵੇਂ ਕਰਨੀ ਹੈ। ਅਤੇ ਅਖੀਰਲੀ ਆਪਸ਼ਨ ਹੈ ਸੁਫਿਕਸ ਦੀ ਲਿਸਟ ਦੇਖਣੀ। ਸੁਫਿਕਸ ਦੇ ਵਿੱਚ ਮੈਂ ਸ਼ਬਦ ਇੱਥੇ ਪੰਜਾਬੀ ਦਾ ਪਾ ਦਿੰਦਾ ਆਲੀ। ਸੋ ਇਹਦੇ ਨਾਲ ਸੁਫਿਕਸ ਅਸੀਂ ਦੇਖ ਰਹੇ ਹਾਂ, ਯਾਨੀ ਕਿ ਆਲੀ ਸ਼ਬਦ ਨਾਲ ਖਤਮ ਹੋਣ ਵਾਲੇ ਸ਼ਬਦ। ਆਲੀ ਤੋਂ ਉਸਨੇ ਪਿਆਲੀ ਵੀ ਦਿੱਤਾ, ਮਿਰਚ ਪਿਆਲੀ, ਖਿਆਲੀ, ਹਮ ਖਿਆਲੀ, ਖੁਸ਼ ਖਿਆਲੀ, ਖਾਮ ਖਿਆਲੀ, ਗਰਮ ਖਿਆਲੀ, ਸ਼ਿਆਲੀ, ਯਾਨੀ ਕਿ ਇਹ ਸਾਡੇ ਕੋਲ ਪਛੇਤਰ ਦੀ ਲਿਸਟ ਹੈ। ਅਤੇ ਯਾਦ ਰੱਖਿਓ ਜਿਹੜੇ ਲੋਕ ਕਵੀ ਨੇ, ਜਿਹੜੇ ਲੋਕ ਸ਼ਬਦਾਂ ਨੂੰ ਬੁਣ ਕੇ ਅਤੇ ਇੱਕ ਖਾਸ ਲੈਅ ਦੇ ਵਿੱਚ ਲਿਖਣਾ ਚਾਹੁੰਦੇ ਨੇ, ਕਵਿਤਾ ਲਿਖਣਾ ਚਾਹੁੰਦੇ ਨੇ, ਉਹਨਾਂ ਲਈ ਇਹ ਜਿਹੜੀ ਵਿਸ਼ੇਸ਼ਤਾ ਪਛੇਤਰ ਵਾਲੀ ਹੈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ। ਬਾਕੀ ਤੁਸੀਂ ਦੇਖ ਰਹੇ ਹੋ, ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇਸ ਦਾ ਇਸਤੇਮਾਲ ਕਿੱਥੇ ਕਰਨਾ ਹੈ। ਔਨ ਸਕਰੀਨ ਕੀਬੋਰਡ। ਦੋਸਤੋ ਜਿਹੜਾ ਵੀ ਕੀਬੋਰਡ ਤੁਸੀਂ ਇੱਥੋਂ ਚੂਜ਼ ਕੀਤਾ ਹੋਏਗਾ, ਜਿਹੜਾ ਵੀ ਚੁਣਿਆ ਹੋਏਗਾ, ਉਸ ਕੀਬੋਰਡ ਦਾ ਪੂਰਾ ਨਕਸ਼ਾ ਦੇਖਣਾ ਹੈ। ਕਿਉਂ ਦੇਖਣਾ ਹੈ? ਜਦੋਂ ਤੁਹਾਨੂੰ ਕੋਈ ਅੱਖਰ ਭੁੱਲ ਜਾਂਦਾ ਹੈ ਕਿ ਉਹ ਖਾਸ ਜਿਹੜਾ ਅੱਖਰ ਹੈ ਕਿਸ ਬਟਨ ਤੋਂ ਪੈਂਦਾ ਹੈ। ਜਿਵੇਂ ਅਨਮੋਲ ਲਿਪੀ ਦਾ ਤੁਸੀਂ ਜੱਜੇ ਫਿਰ ਬਿੰਦੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਔਨ ਸਕਰੀਨ ਕੀਬੋਰਡ ਦੇ ਉੱਤੇ ਜਾਓਗੇ ਅਤੇ ਜੱਜੇ ਫਿਰ ਬਿੰਦੀ ਸਾਨੂੰ ਪਤਾ ਲੱਗ ਗਈ ਕਿ ਜ਼ੈਡ ਤੋਂ ਪਏਗੀ, ਸੋ ਜ਼ੈਡ ਤੋਂ ਪਾ ਸਕਦੇ ਹੋ। ਲੋ ਦੋਸਤੋ ਅੱਗੇ ਅਸੀਂ ਚੱਲਦੇ ਹਾਂ ਕਰੈਕਟਰ ਮੈਪ ਵੱਲ। ਕਰੈਕਟਰ ਮੈਪ ਯਾਨੀ ਕਿ ਇੱਕ ਨਕਸ਼ਾ ਤੁਹਾਡੇ ਸਾਹਮਣੇ ਆ ਰਿਹਾ ਦੇਵਨਾਗਰੀ, ਗੁਰਮੁਖੀ ਅਤੇ ਉਰਦੂ ਦਾ। ਗੁਰਮੁਖੀ ਦੇ ਵਿੱਚ ਤੁਸੀਂ ਇਹ ਸਾਰੇ ਅਲਫਾਬੈਟ ਯਾਨੀ ਕਿ ਪੂਰੀ ਦੀ ਪੂਰੀ ਵਰਨਮਾਲਾ ਦੇਖ ਰਹੇ ਹੋ। ਇਸ ਵਰਨਮਾਲਾ ਦਾ ਉਪਯੋਗ ਕਰਕੇ ਤੁਸੀਂ ਅੱਖਰ ਜਿਹੜੇ ਨੇ ਸ਼ਬਦਾਂ ਦੇ ਵਿੱਚ ਬਦਲ ਸਕਦੇ ਹੋ, ਯਾਨੀ ਕਿ ਅੱਖਰਾਂ ਦਾ ਇਸਤੇਮਾਲ ਕਰਕੇ ਸ਼ਬਦ ਬਣਾ ਸਕਦੇ ਹੋ ਔਰ ਸਿੱਧਾ ਟਾਈਪ ਕਰ ਸਕਦੇ ਹੋ ਕਲਿੱਕ ਕਰਕੇ। ਜੇ ਤੁਹਾਡਾ ਕੰਪਿਊਟਰ ਦੀ ਸਕਰੀਨ ਜਿਹੜੀ ਹੈ ਉਹ ਟੱਚ ਸਕਰੀਨ ਵਾਲੀ ਹੈ ਤਾਂ ਤੁਸੀਂ ਡਾਇਰੈਕਟ ਟੱਚ ਵੀ ਕਰ ਸਕਦੇ ਹੋ। ਸੋ ਤੁਸੀਂ ਜਿਵੇਂ ਮੋਬਾਈਲ ਦਾ ਜਿਹੜਾ ਸੌਫਟ ਕੀਬੋਰਡ ਬਣ ਜਾਂਦਾ ਹੈ, ਆਨਲਾਈਨ ਕੀਬੋਰਡ ਬਣ ਜਾਂਦਾ, ਉਸੇ ਤਰ੍ਹਾਂ ਦਾ ਇਹ ਕੀਬੋਰਡ ਸਾਡੇ ਕੋਲ ਬਣ ਗਿਆ। ਜਿਵੇਂ ਇੱਥੇ ਮੈਂ ਸ਼ਬਦ ਪਾਉਣਾ ਚਾਹੁੰਦਾ ਕਲਮ, ਸੋ ਤੁਸੀਂ ਦੇਖਿਆ ਕਿ ਕਲਮ ਸ਼ਬਦ ਸਾਡੇ ਕੋਲੇ ਇੱਥੇ ਪੈ ਗਿਆ। ਸੋ ਕਰੈਕਟਰ ਮੈਪ ਤੋਂ ਬਾਅਦ ਸਾਡੇ ਕੋਲ ਲੈਂਗੁਏਜ ਸੈਟਿੰਗਸ ਨੇ। ਲੈਂਗੁਏਜ ਸੈਟਿੰਗ ਦਾ ਇੱਕ ਡਾਇਲੋਗ ਬਾਕਸ ਸਾਡੇ ਕੋਲ ਖੁੱਲ੍ਹਦਾ ਜਿੱਥੇ ਜਨਰਲ ਸੈਟਿੰਗ ਨੇ। ਡਬਲ ਕਲਿੱਕ ਦੀ ਸੁਵਿਧਾ ਤੁਸੀਂ ਮਾਣਨਾ ਚਾਹੁੰਦੇ ਹੋ ਕਿ ਨਹੀਂ, ਯਾਨੀ ਕਿ ਇਹਨੂੰ ਮੈਂ ਬੰਦ ਕਰਕੇ ਤੁਹਾਨੂੰ ਦਿਖਾਉਣਾ। ਕੋਈ ਵੀ ਸ਼ਬਦ ਜਿਹੜਾ ਹੈ ਉਹ ਤੁਸੀਂ ਉਹਦਾ ਮੀਨਿੰਗ ਦੇਖਣਾ ਚਾਹੁੰਦੇ ਹੋ ਤਾਂ ਡਬਲ ਕਲਿੱਕ ਦੇ ਰਾਹੀਂ ਉਹਦਾ ਮੀਨਿੰਗ ਤੁਹਾਨੂੰ ਨਜ਼ਰ ਆ ਜਾਏਗਾ। ਜਿਵੇਂ ਮੈਂ ਇੱਥੇ ਸ਼ਬਦ ਹੈ ਸਾਡੇ ਕੋਲੇ ਪੰਜਾਬੀ, ਤੋਂ ਡਬਲ ਕਲਿੱਕ ਕੀਤਾ ਤਾਂ ਉਹਦਾ ਮੀਨਿੰਗ ਸਾਡੇ ਕੋਲ ਅੰਗਰੇਜ਼ੀ ਦੇ ਵਿੱਚ ਖੁੱਲ੍ਹ ਗਿਆ। ਜੇ ਕਲਮ ਦੇ ਉੱਤੇ ਡਬਲ ਕਲਿੱਕ ਕੀਤਾ ਤਾਂ ਉਹਦਾ ਮੀਨਿੰਗ ਅੰਗਰੇਜ਼ੀ ਦੇ ਵਿੱਚ ਖੁੱਲ੍ਹ ਗਿਆ।
जे अंग्रेजी के शब्द के उत्ते डबल क्लिक करांगा तो वह मीनिंग पंजाबी दे विच खुल जाएगा। इनू असी डबल क्लिक सुविधा कहने आ। जे तुसी ये सुविधा नहीं चाहते तो सैटिंग दे विच जाके जनरल दे जाके इसमें इथों तुसी हटा सकते हो। ਇਹ ਸਾਡੇ ਕੋਲ OCR ਦੀ ਆਪਸ਼ਨ ਹੈ, ਪਰ ਫਿਲਹਾਲ 2021 ਦੇ ਵਿੱਚ OCR ਹਟਾ ਦਿੱਤਾ ਗਿਆ। ਇਹ ਡਿਫਾਲਟ ਫੌਂਟ ਨੇ। ਗੁਰਮੁਖੀ ਫੌਂਟ ਨਿਰਮਲਾ ਹੈ, ਸ਼ਾਹਮੁਖੀ ਫੌਂਟ ਹਲਵੀ ਨਸਤਾਲਿਕ ਹੈ ਤੇ ਦੇਵਨਾਗਰੀ ਦੇ ਲਈ ਨਿਰਮਲਾ ਯੂਨੀਕੋਡ ਹੈ। ਸੋ ਇਹ ਸੈਟਿੰਗ ਜਿਹੜੀ ਨੇ ਤੁਸੀਂ ਫੌਂਟ ਦੀ ਉਹ ਚੇਂਜ ਕਰ ਸਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਬਾਏ ਡਿਫਾਲਟ ਸਾਡੇ ਕੋਲ ਫੌਂਟ ਰਾਵੀ ਮਿਲੇ ਸਾਨੂੰ ਜਾਂ ਆਕਾਸ਼ ਮਿਲੇ ਤਾਂ ਇੱਥੋਂ ਸੈੱਟ ਕਰ ਸਕਦੇ ਹੋ। ਹੋਰ ਵੀ ਇਹਦੇ ਵਿੱਚ ਆਪਸ਼ਨ ਨੇ, ਜਿਵੇਂ ਕਿ ਡਿਫਾਲਟ ਕੀਬੋਰਡ ਤੁਸੀਂ ਕਿਹੜਾ ਰੱਖਣਾ ਚਾਹੁੰਦੇ ਹੋ ਤਾਂ ਉਹ ਆਪਸ਼ਨ ਇੱਥੋਂ ਤੁਸੀਂ ਸੈੱਟ ਕਰ ਸਕਦੇ ਹੋ, ਜਾਂ ਇਹਨਾਂ ਨੂੰ ਸੈੱਟ ਕਰਨ ਦੇ ਲਈ ਇਹੀ ਸੇਮ ਆਪਸ਼ਨਸ ਅਸੀਂ ਲੈਂਗੁਏਜ ਟੂਲ ਦੇ ਵਿੱਚ ਜਾ ਕੇ ਇੱਥੋਂ ਜਾ ਕੇ ਵੀ ਸੈੱਟ ਕੀਤੀਆਂ ਸੀਗੀਆਂ ਟਾਈਪਿੰਗ ਪੈਡ ਵਾਲੇ ਪੋਰਸ਼ਨ ਤੋਂ। ਉਹੀ ਤੁਸੀਂ ਇੱਥੋਂ ਕਰ ਸਕਦੇ ਹੋ। ਅੱਗੇ ਸਾਡੇ ਕੋਲ ਫਾਰਮੈਟਿੰਗ ਦੀ ਆਪਸ਼ਨ ਹੈ ਕਿ ਫੌਂਟ ਸਾਈਜ਼ ਗੁਰਮੁਖੀ ਦਾ 14, ਸ਼ਾਹਮੁਖੀ 16, ਦੇਵਨਾਗਰੀ 14 ਤੇ ਇੰਗਲਿਸ਼ ਦਾ 12 ਰੱਖਣਾ ਚਾਹੁੰਦੇ ਹੋ, ਚੇਂਜ ਕਰਨਾ ਚਾਹੁੰਦੇ ਹੋ ਚੇਂਜ ਕਰ ਸਕਦੇ ਹੋ। ਤੇ ਰੋਮਨਾਈਜ਼ ਟਾਈਪਿੰਗ ਦੇ ਸੰਬੰਧ ਵਿੱਚ ਵੀ ਕੁਝ ਸਾਡੇ ਕੋਲ ਸੈਟਿੰਗ ਨੇ। ਪ੍ਰੂਫ ਰੀਡਿੰਗ ਦੇ ਨਾਲ ਸੰਬੰਧਿਤ ਵੀ ਸਾਡੇ ਕੋਲ ਸੈਟਿੰਗ ਨੇ, ਜਿਵੇਂ ਕਿ ਸਾਡੇ ਕੋਲ ਆਪਟੀਮਾਈਜ਼ ਸਪੈਲ ਚੈੱਕਰ ਹੈ ਤਾਂ ਹੋਰ ਸੁਧਾਰ ਕਰ ਸਕਦੇ ਹੋ। ਯੂਜ਼ ਗੁਰਬਾਣੀ ਸਪੈਲ ਚੈੱਕ ਡਿਕਸ਼ਨਰੀ ਚੈੱਕ ਸਪੈਲਿੰਗ ਐਜ਼ ਯੂ ਟਾਈਪ। ਸੋ ਜਾਨੀ ਕਿ ਤੁਹਾਨੂੰ ਮੈਂ ਪਾ ਕੇ ਦਿਖਾਇਆ ਸੀ ਅਧਿਆਪਕ ਸ਼ਬਦ, ਤਾਂ ਉਹਦੇ ਵਿੱਚ ਕੁਝ ਗਲਤੀ ਸੀ, ਨਾਲ ਦੀ ਨਾਲ ਲਾਈਵ ਜਿਹੜੀ ਹੈ ਉਹ ਠੀਕ ਹੋ ਗਈ ਸੀ। ਯਾਨੀ ਕਿ ਐਜ਼ ਯੂ ਟਾਈਪ, ਜਿਵੇਂ ਟਾਈਪ ਕਰਦੇ ਸੀ, ਜੇ ਇਹ ਸਹੂਲਤ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤਾਂ ਇੱਥੇ ਬੰਦ ਕਰ ਸਕਦੇ ਹੋ। ਤਾਂ ਆਟੋ ਕਰੈਕਟ ਵੀ ਤੁਸੀਂ ਬੰਦ ਕਰ ਸਕਦੇ ਹੋ। ਫਿਲਹਾਲ ਇਹਦੀ ਤੁਹਾਨੂੰ ਜ਼ਿਆਦਾ ਜ਼ਰੂਰਤ ਨਹੀਂ ਪੈਣੀ। ਹੁਣ ਮੈਂ ਚੱਲਦਾ ਸਿੱਧਾ ਆਖੀਰ ਦੇ ਵਿੱਚ ਫਾਈਲ ਮੈਨੂ ਦੇ ਉੱਤੇ। ਇਹ ਤਮਾਮ ਸੁਵਿਧਾਵਾਂ ਆਪਾਂ ਦੇਖ ਲਈਆਂ ਨੇ, ਫਿਰ ਵੀ ਕੁਝ ਚੀਜ਼ਾਂ ਸਾਡੇ ਕੋਲ ਫਾਈਲ ਮੈਨੂ ਦੇ ਵਿੱਚ ਦਿੱਤੀਆਂ ਹੋਈਆਂ ਨੇ। ਫਾਈਲ ਮੈਨੂ ਦੇ ਵਿੱਚ ਜਾ ਕੇ ਜਿਹੜੀ ਐਕਸਪੋਰਟ ਆਪਸ਼ਨ ਹੈ, ਇਹਦੀ ਵਰਤੋਂ ਨਾਲ ਅਸੀਂ ਯੂਨੀਕੋਡ ਵਾਲੀ ਇਸ ਫਾਈਲ ਨੂੰ ਜਿਹੜੀ ਖੁੱਲੀ ਹੋਈ ਹੈ ਉਹਨੂੰ ਅਸੀਂ ਪੁਰਾਣੇ ਰਵਾਇਤੀ ਫੌਂਟਾਂ ਦੇ ਵਿੱਚ ਬਦਲ ਸਕਦੇ ਹਾਂ। ਕਿਉਂਕਿ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਵੀ ਜਿਹੜੀ ਪ੍ਰਿੰਟ ਸਨਅਤ ਹੈ ਉਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਖਬਾਰਾਂ ਅਤੇ ਕਿਤਾਬਾਂ ਵਾਲੇ ਅਜੇ ਵੀ ਪੁਰਾਣੇ ਫੌਂਟ ਵਰਤਦੇ ਨੇ। ਸੋ ਐਕਸਪੋਰਟ ਆਪਸ਼ਨ ਲਵਾਂਗੇ ਤੇ ਜੇ ਮੈਂ ਇਸ ਯੂਨੀਕੋਡ ਵਾਲਾ ਜਿਹੜਾ ਮੇਰੀ ਫਾਈਲ ਖੁੱਲੀ ਹੋਈ ਹੈ ਇਸ ਨੂੰ ਮੈਂ ਅਸੀਸ ਵਿੱਚ ਬਦਲਣਾ ਚਾਹੁੰਦਾ ਜਾਂ ਕਿਸੇ ਹੋਰ ਫੌਂਟ ਦੇ ਵਿੱਚ ਸਤਲੁਜ ਵਿੱਚ ਬਦਲਣਾ ਚਾਹੁੰਦਾ ਤੇ ਬਦਲ ਸਕਦਾ। ਸੋ ਇੱਥੇ ਮੈਂ ਓਕੇ ਦੇ ਉੱਤੇ ਕਲਿੱਕ ਕੀਤਾ, ਫੌਂਟ ਚੂਜ਼ ਕਰਕੇ ਸਿਰਫ ਪੰਜਾਬੀ ਦਾ ਫੌਂਟ ਚੂਜ਼ ਕਰਨਾ ਹੈ। ਕਲਿੱਕ ਕਰਕੇ ਹੁਣ ਉਹ ਪੁੱਛ ਰਿਹਾ ਹੈ ਕਿ ਤੁਸੀਂ ਫਾਈਲ ਦਾ ਨਾਮ ਕੀ ਦੇਣਾ। ਸਤਲੁਜ ਮੈਂ ਨਾਮ ਦਿੱਤਾ ਇਹਦਾ ਔਰ ਸੇਵ ਕਰ ਰਿਹਾ ਮੈਂ ਡੈਸਕਟਾਪ ਦੇ ਉੱਤੇ। ਸੋ ਸੇਵ ਕੀਤੀ तो फाइल बाहर ही जाके सेव होगी। सानू मैसेज भी मिल गया सी। मैं सतलुज नाम वाली ये फाइल डेस्कटॉप तो लई डबल क्लिक करके खोलिया तो तुसी देखोगे कि ये पूरी की पूरी फाइल सतलुज फॉन्ट दे विच बदल चुकी है। सो इस तरह तुसी अखर दे विच कोई भी यूनीकोड फॉन्ट वाले मैटर नू तुसी पुराने फॉन्टां दे विच भी बदल सकते हो। 2021 ਦੇ ਵਿੱਚ ਕੁਝ ਸੁਵਿਧਾਵਾਂ ਜਿਹੜੀਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ, ਜਿਹੜੀਆਂ ਕਿ 2016 ਵਿੱਚ ਸੀਗੀਆਂ। ਮਸਲਨ 2016 ਦੇ ਵਿੱਚ ਸਾਡੇ ਕੋਲ ਅਨੁਵਾਦ ਦੀਆਂ ਯਾਨੀ ਕਿ ਟਰਾਂਸਲੇਸ਼ਨ ਦੀਆਂ ਕੁਝ ਆਪਸ਼ਨ ਸੀਗੀਆਂ। ਟਰਾਂਸਲੇਸ਼ਨ ਵਾਲੀ ਆਪਸ਼ਨ ਬਿਲਕੁਲ ਖਤਮ ਕਰ ਦਿੱਤੀ ਗਈ ਹੈ। ਆਪਟੀਕਲ ਕਰੈਕਟਰ ਰੈਕੋਗਨੀਸ਼ਨ ਜਿਹਦੇ ਵਿੱਚ ਉਰਦੂ, ਇੰਗਲਿਸ਼, ਗੁਰਮੁਖੀ, ਇੰਗਲਿਸ਼ OCR ਸੀਗੇ, ਉਹ ਵੀ ਤੁਸੀਂ 2021 ਦੇ ਵਿੱਚ ਤੁਹਾਨੂੰ ਨਹੀਂ ਮਿਲਣਗੇ। ਜੇ ਤੁਸੀਂ OCR ਵਿਸ਼ੇਸ਼ ਤੌਰ 'ਤੇ ਵਰਤਣਾ ਚਾਹੁੰਦੇ ਤਾਂ 2016 ਵੀ ਨਾਲ ਤੁਹਾਨੂੰ ਰੱਖਣਾ ਪੈਣਾ ਹੈ। ਪਰ ਡਿਕਸ਼ਨਰੀ ਦੇ ਵਿੱਚ ਸਿਰਫ 2 ਹੀ ਆਪਸ਼ਨ ਸੀਗੀਆਂ 2016 ਦੇ ਵਿੱਚ, ਤੇ 21 ਦੇ ਤੁਸੀਂ ਦੇਖੋਗੇ ਕਿ ਲਿੰਗੁਇਸਟਿਕ ਟੂਲ ਦੇ ਵਿੱਚ ਤੁਹਾਡੇ ਕੋਲ ਥਿਸਾਰਸ, ਪ੍ਰੀਫਿਕਸ ਲਿਸਟ ਤੇ ਸੁਫਿਕਸ ਲਿਸਟ ਤੁਹਾਨੂੰ ਮਿਲ ਗਈ ਹੈ। ਆਖਰ 2021 ਦਾ ਸਾਨੂੰ ਕੀ ਫਾਇਦਾ ਹੋਏਗਾ ਜਿਨ੍ਹਾਂ ਕੋਲ 2016 ਹੈ। 2016 ਤੇ 21 ਦੇ ਸਭ ਤੋਂ ਵੱਡਾ ਫਰਕ ਇਹ ਹੈ ਕਿ ਇਹਦੇ ਵਿੱਚ ਜਿਹੜੀ ਲਿਸਟ ਹੈ, ਇਹਦੇ ਵਿੱਚ ਜਿਹੜੀ ਪ੍ਰੂਫਿੰਗ ਦੀ ਸੁਵਿਧਾ ਹੈ ਬਹੁਤ ਜ਼ਬਰਦਸਤ ਹੈ। ਟਾਈਪ ਕਰਦਿਆਂ ਸਾਰੀ ਨਾਲੋਂ ਨਾਲ ਸਹੀ ਸਪੈਲਿੰਗ ਤੁਹਾਨੂੰ ਮਿਲਦੇ ਜਾਣਗੇ ਔਰ ਸਪੈਲ ਚੈੱਕਰ ਤੋਂ ਇਲਾਵਾ ਸਕ੍ਰਿਪਟ ਗ੍ਰਾਮਰ ਦੀ ਸੁਵਿਧਾ ਵੀ ਇਹਦੇ ਵਿੱਚ ਸ਼ੁਮਾਰ ਹੈ। ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ, ਇਹਦੇ ਬਾਰੇ ਆਪਣੇ ਸੁਝਾਅ ਮੈਨੂੰ CTech ਪੰਜਾਬੀ ਦੇ ਉੱਤੇ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲੋ। ਸਤਿ ਸ਼੍ਰੀ ਅਕਾਲ।